Good morning, everyone. I am Shilpa Bansal from Government High School, Guru Nanakpura, Bathinda, presenting before you lesson number 2 of class 10th, Half a Rupee Worth, written by R.K. Narayan. This lesson describes the life of a rice merchant Subia, his rise to prosperity, and his death, that how he crushed under his rice bags. ਇਸ ਪਾਠ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸੂਬੀਆ ਇੱਕ ਬਹੁਤ ਵਧੀਆ ਚਾਵਲਾਂ ਦਾ ਵਪਾਰੀ ਹੈ। ਉਸ ਦੀ ਸਕਸੈਸ ਬਾਰੇ ਦੱਸਿਆ ਹੈ ਤੇ ਉਸ ਦੀ ਮੌਤ ਬਾਰੇ ਕਿ ਕਿਵੇਂ ਚਾਵਲਾਂ ਦੇ ਬੈਗਸ ਦੇ ਥੱਲੇ ਆ ਕੇ ਉਸ ਦੀ ਮੌਤ ਹੋ ਜਾਂਦੀ ਹੈ। Subia sold rice at the market gate. His shop was stuffy and dark, but he loved every inch of it. He loved the smell of gunny sack of rice and husk. Subia ਮਾਰਕੀਟ ਗੇਟ ਦੇ ਕੋਲ ਆਪਣੀ ਰਾਈਸ ਸ਼ਾਪ ਤੇ ਰਾਈਸ ਵੇਚਦਾ ਹੈ। ਉਸ ਦੀ ਸ਼ਾਪ ਬਹੁਤ ਹੀ ਭਰੀ ਹੋਈ ਤੇ ਡਾਰਕ ਹੈ, ਮਤਲਬ ਉੱਥੇ ਬਹੁਤ ਅੰਧੇਰਾ ਹੈ, ਪਰ ਉਸ ਨੂੰ ਆਪਣੀ ਸ਼ਾਪ ਬਹੁਤ ਵਧੀਆ ਲੱਗਦੀ ਹੈ। ਉਸ ਨੂੰ ਗਨੀ ਬੈਗਸ ਦੇ ਸਮੈਲ ਵੀ ਬਹੁਤ ਵਧੀਆ ਲੱਗਦੀ ਹੈ। There were days of drought, but he never closed his shop. He managed to get rice from villages. He survived all ups and downs. ਸੋਕੇ ਦੇ ਦਿਨਾਂ ਵਿੱਚ ਵੀ ਸੁਬੀਆ ਨੇ ਆਪਣੀ ਦੁਕਾਨ ਨੂੰ ਕਦੇ ਬੰਦ ਨਹੀਂ ਸੀ ਕੀਤਾ। ਉਸਨੇ ਵਿਲੇਜਰਸ ਤੋਂ ਰਾਈਸ ਪ੍ਰਾਪਤ ਕੀਤੇ ਤੇ ਸਰਵਾਈਵ ਕੀਤਾ। He lost the rice bags when he was young. ਜਦੋਂ ਉਹ ਬੱਚਾ ਸੀ ਉਦੋਂ ਉਸ ਨੂੰ ਦੁਕਾਨ ਵਿੱਚ ਰਹਿਣਾ, ਰਾਈਸ ਬੈਗਸ ਕੁਝ ਵੀ ਪਸੰਦ ਨਹੀਂ ਸੀ ਕਿਉਂਕਿ ਉਹ ਵੀ ਖੇਲਣਾ ਚਾਹੁੰਦਾ ਸੀ। ਬਟ ਨਾਓ ਰਾਈਸ ਇਜ਼ ਇਨ ਹਿਜ਼ ਬਲੱਡ। ਪਰ ਹੁਣ ਰਾਈਸ ਉਸ ਦੀ ਰਗਾਂ ਦੇ ਵਿੱਚ ਹੈ, ਮਤਲਬ ਹੀ ਨਿਊ ਆਲ ਅਬਾਊਟ ਰਾਈਸ। ਉਸ ਨੂੰ ਰਾਈਸ ਬਾਰੇ ਸਾਰੀ ਜਾਣਕਾਰੀ ਹੈ। Subia had 5 children. Subia ਦੇ 5 ਬੱਚੇ ਹਨ। His house was very big. ਉਸ ਦੇ ਕੋਲ ਜਿਹੜਾ ਘਰ ਹੈ ਉਹ ਬਹੁਤ ਹੀ ਸਪੇਸ਼ੀਅਸ ਹੈ, ਬਹੁਤ ਹੀ ਵੱਡਾ ਹੈ। ਉਸ ਦੀ ਵਾਈਫ ਕੋਲ ਬਹੁਤ ਹੀ ਗੋਲਡ ornaments ਹਨ। His wife had lot of gold ornaments and jewelry. He lends money to people at high rate of interest. ਉਹ ਲੋਕਾਂ ਨੂੰ ਪੈਸੇ ਬਹੁਤ ਹੀ ਉੱਚੀ ਦਰ ਦੇ ਵਿਆਜ ਤੇ ਦਿੰਦਾ ਸੀ। During the war, his profits piled up. ਜਦੋਂ ਯੁੱਧ ਹੋਇਆ ਤਾਂ ਵੀ ਉਸ ਦੇ ਮੁਨਾਫੇ ਬਹੁਤ ਵਧੇ। Subia also found the solution by giving the bribe to the government officials. ਉਸਨੇ ਆਪਣੇ ਮੁਨਾਫੇ ਕਿਵੇਂ ਕੀਤੇ? ਗਵਰਨਮੈਂਟ ਅਫੀਸ਼ੀਅਲ ਸਰਕਾਰੀ ਅਫਸਰਾਂ ਨੂੰ ਰਿਸ਼ਵਤ ਦੇ ਕੇ ਉਸਨੇ ਵਾਰ ਦੇ ਟਾਈਮ ਤੇ ਵੀ ਮੁਨਾਫੇ ਪਾਏ। ਹੀ ਕਨਵਰਟਡ ਵਨ ਹਾਊਸ ਇਨਟੂ ਅ ਬਿਗ ਗੋਡਾਊਨ। ਉਸਨੇ ਆਪਣੇ ਇੱਕ ਹਾਊਸ ਨੂੰ ਗੋਦਾਮ ਦੇ ਵਿੱਚ ਤਬਦੀਲ ਕਰ ਦਿੱਤਾ। One evening, as he had just closed his shop, a person came. ਇੱਕ ਦਿਨ ਕੀ ਹੁੰਦਾ ਹੈ ਕਿ ਇੱਕ ਬੰਦਾ ਉਸ ਦੀ ਦੁਕਾਨ ਤੇ ਆਂਦਾ ਹੈ ਜਦੋਂ ਉਸਨੇ ਦੁਕਾਨ ਬੰਦ ਹੀ ਕੀਤੀ ਹੁੰਦੀ ਹੈ। ਉਹ ਕਹਿੰਦਾ ਹੈ ਕਿ I have other businesses now, no time to stop and talk. ਮੇਰੇ ਕੋਲ ਬਹੁਤ ਕੰਮ ਹਨ, ਮੈਂ ਹੁਣ ਨਹੀਂ ਰੁਕ ਸਕਦਾ ਤੇ ਨਹੀਂ ਗੱਲ ਕਰ ਸਕਦਾ ਤੇਰੇ ਨਾਲ। Then person ਕਹਿੰਦਾ ਹੈ you must open your shop and give me rice. ਤੂੰ ਪਲੀਜ਼ ਰੁਕ ਤੇ ਮੈਨੂੰ ਚਾਵਲ ਦੇ ਕਿਉਂਕਿ my 2 children are crying for food. ਮੇਰੇ 2 ਬੱਚੇ ਫੂਡ ਲਈ ਬਹੁਤ ਰੋ ਰਹੇ ਹੈ। ਮੇਰੀ ਹੋਰ ਵੀ ਬਹੁਤ ਮਜਬੂਰੀਆਂ ਹਨ। They and my old mother have been starving. ਮੇਰੀ ਬੁੜੀ ਮਾਤਾ ਤੇ ਉਹ ਭੁੱਖੇ ਹਨ। ਮੈਂ ਉਹਨਾਂ ਨੂੰ ਇੰਨੀ ਮਜਬੂਰ ਨਹੀਂ ਦੇਖ ਸਕਦਾ। ਮੇਰਾ ਰਾਸ਼ਨ ਕਾਰਡ ਵੀ 3 ਦਿਨ ਪਹਿਲਾਂ ਹੀ ਖਤਮ ਹੋ ਚੁੱਕਾ ਹੈ। My ration card was exhausted 3 days ago. I can't see them in that condition anymore. ਮੈਂ ਉਹਨਾਂ ਸਭ ਨੂੰ ਇੰਨਾ ਮਾੜੀ ਹਾਲਤ ਵਿੱਚ ਨਹੀਂ ਦੇਖ ਸਕਦਾ। Please somehow give me some rice. ਪਲੀਜ਼ ਕਿਰਪਾ ਕਰਕੇ ਮੈਨੂੰ ਕਿਸੇ ਵੀ ਤਰ੍ਹਾਂ ਥੋੜੇ ਜਿਹੇ ਚਾਵਲ ਦੇ ਦਿਓ। ਇਹ ਦੇਖ ਕੇ ਸੁਬੀਆ ਕਹਿੰਦਾ ਹੈ ਹਾਊ ਮਚ ਡੂ ਯੂ ਵਾਂਟ? ਤੈਨੂੰ ਕਿੰਨੇ ਚਾਵਲ ਚਾਹੀਦੇ ਹਨ? ਤੇਰੇ ਕੋਲ ਕਿੰਨੇ ਪੈਸੇ ਹਨ? ਉਸਨੂੰ ਪੈਸੇ ਵੀ ਪੁੱਛਦਾ ਹੈ।
Give me a seer. There are 6 mouths to feed at home. ਅਸੀਂ 6 ਜਾਣੇ ਹਾਂ, ਮੈਨੂੰ ਇੱਕ ਸੇਰ ਚਾਵਲ ਦੇ ਦੇ। ਦੈਨ ਉਹ ਪੁੱਛਦਾ ਹੈ ਹਾਊ ਮਚ ਹੈਵ ਯੂ, ਤੇਰੇ ਕੋਲ ਕਿੰਨੀ ਮਨੀ ਹੈ, ਤੇਰੇ ਕੋਲ ਕਿੰਨੇ ਪੈਸੇ ਹਨ। ਉਸ ਪਰਸਨ ਕੋਲ ਹਾਫ ਰੁਪੀ ਹੀ ਹੁੰਦਾ ਹੈ, ਇਸ ਲਈ ਉਹ ਕਹਿੰਦਾ ਹੈ ਕਿ ਯੂ ਐਕਸਪੈਕਟ ਟੂ ਗੈਟ 1 ਸੀਰ ਆਫ ਰਾਈਸ ਆਫ ਦਿਸ, ਇੰਨੇ ਥੋੜੇ ਪੈਸਿਆਂ 'ਚ ਤੈਨੂੰ ਇੱਕ ਸੇਰ ਚਾਵਲ ਚਾਹੀਦੇ ਹੈ। ਯੂ ਵਿਲ ਗੈਟ ਓਨਲੀ ਹਾਫ ਅ ਸੀਰ, ਤੈਨੂੰ ਮੈਂ ਹਾਫ ਰੁਪੀ ਦੇ ਵਿੱਚ ਹਾਫ ਸੇਰ ਚਾਵਲ ਹੀ ਦੇ ਸਕਦਾ ਹਾਂ। ਮੈਨ ਕਹਿੰਦਾ ਹੈ ਆਲ ਰਾਈਟ ਬੈਟਰ ਦੈਨ ਨਥਿੰਗ, ਠੀਕ ਹੈ ਜਿੰਨੇ ਤੁਹਾਡੀ ਇੱਛਾ ਹੈ ਤੁਸੀਂ ਮੈਨੂੰ ਦੇ ਦਿਓ, ਨਾ ਨਾਲੋਂ ਤਾਂ ਕੁਝ ਚੰਗਾ ਹੀ ਹੋਵੇਗਾ। ਸੁਬੀਆ ਸੈਡ ਗਿਵ ਮੀ ਦਾ ਕੁਆਇਨ, ਮੈਨੂੰ ਕੁਆਇਨ ਦੇ ਤੇ ਤੂੰ ਇੱਥੇ ਹੀ ਰੁਕ, ਡੋਂਟ ਫੋਲੋ ਮੀ, ਮੇਰੇ ਪਿੱਛੇ ਪਿੱਛੇ ਨਾ ਆਈ। ਤੇ ਸੁਬੀਆ ਨੂੰ ਉਸ 'ਤੇ ਸ਼ੱਕ ਹੁੰਦਾ ਹੈ। ਹੀ ਸੇਜ਼ ਹੀ ਥਿੰਕਸ in his own mind that this fellow is suspicious. You wait here, I'll be back, but I can't promise. ਉਹ ਕਹਿੰਦਾ ਤੂੰ ਇੱਥੇ ਵੇਟ ਕਰ, ਮੈਂ ਵਾਪਸ ਆਊਂਗਾ ਪਰ ਮੈਂ ਪ੍ਰੋਮਿਸ ਨਹੀਂ ਕਰਦਾ। ਪਰਸਨ ਬਹੁਤ ਦੇਰ ਵੇਟ ਕਰਦਾ ਹੈ, ਉਹ ਸੋਚਦਾ ਹੈ ਵੇਅਰ ਇਜ਼ ਹੀ, ਉਹ ਕਿੱਥੇ ਚਲਾ ਗਿਆ ਹੈ, ਵੇਅਰ ਹੈਜ਼ ਹੀ ਗੋਨ, ਹੀ ਵੇਟਡ ਟਿਲ ਮੋਰਨਿੰਗ, ਉਹ ਈਵਨਿੰਗ 'ਚ ਆਇਆ ਸੀ, ਮਾਰਨਿੰਗ ਤੱਕ ਵੇਟ ਕਰਦਾ ਹੈ। ਕਹਿੰਦਾ ਮੈਂ ਜਾ ਕੇ ਕੀ ਬਣਾਊਂਗਾ, ਕੀ ਖਵਾਊਂਗਾ ਆਪਣੇ ਬੱਚਿਆਂ ਨੂੰ ਤੇ ਆਪਦੀ ਬੁੜੀ ਮਾਂ ਨੂੰ। ਦੈਨ ਹੀ ਵੈਂਟ ਟੂ ਦ ਵਾਈਫ ਆਫ ਸੁਬੀਆ, ਹੈਵ ਯੂ ਲੁਕਡ ਫॉर ਹਿਮ ਐਟ ਦ ਅਦਰ ਗੋਡਾਊਨ। In a corner they saw an electric torch lying on the floor and then a half rupee coin and a little of a hand stuck out of a pile of fallen bags. ਜਦੋਂ ਪਰਸਨ ਸੁਬੀਆ ਦੇ ਘਰੇ ਉਸਦੀ ਵਾਈਫ ਕੋਲ ਜਾਂਦਾ ਹੈ ਸੁਬੀਆ ਦਾ ਪੁੱਛਣ ਲਈ, ਉਹਦੀ ਵਾਈਫ ਬਹੁਤ ਹੈਰਾਨ ਹੁੰਦੀ ਹੈ ਤੇ ਕਹਿੰਦੀ ਹੈ ਕਿ ਕੀ ਤੂੰ ਉਸਨੂੰ ਦੇਖਿਆ ਸੀ, ਉਹ ਕਿੱਥੇ ਹੈ। ਦੈਨ ਉਹ ਉਸ ਬੰਦੇ ਦੇ ਨਾਲ ਸੀਕਰੇਟ ਗੋਡਾਊਨ ਦੇ ਵਿੱਚ ਜਾਂਦੀ ਹੈ, ਉੱਥੇ ਜਾ ਕੇ ਦੇਖਦੀ ਹੈ ਕਿ ਇੱਕ ਪਾਸੇ ਇੱਕ ਇਲੈਕਟ੍ਰਿਕ ਟਾਰਚ ਪਈ ਹੈ ਅਤੇ ਇੱਕ ਹਾਫ ਰੁਪੀ ਕੁਆਇਨ 50 ਪੈਸੇ ਦਾ ਸਿੱਕਾ ਡਿੱਗਿਆ ਹੋਇਆ ਹੈ ਅਤੇ ਇੱਕ ਛੋਟਾ ਜਿਹਾ ਹੱਥ ਦੇਖਦੀ ਹੈ ਜੋ ਪਾਇਲ ਤੋਂ ਥੱਲੋਂ ਨਿਕਲਦਾ ਨਜ਼ਰ ਆਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੁਬੀਆ ਦੀ ਡੈਥ ਹੋ ਚੁੱਕੀ ਸੀ। ਆਰ ਕੇ ਨਾਰਾਇਣ ਸਾਨੂੰ ਇਸ ਲੈਸਨ ਦੇ ਦੁਆਰਾ ਇਹ ਦੱਸਣਾ ਚਾਹੁੰਦੇ ਹੈ ਕਿ ਗਰੀਡ ਇਜ਼ ਅ ਕਰਸ, ਲਾਲਚ ਬੁਰੀ ਬਲਾ ਹੈ। ਲੋੜ ਤੋਂ ਵੱਧ ਲਾਲਚ ਨਹੀਂ ਕਰਨਾ ਚਾਹੀਦਾ, ਬੰਦਾ ਆਪਣੇ ਨਾਲ ਕੁਝ ਨਹੀਂ ਲੈ ਕੇ ਜਾਂਦਾ। ਸੋ ਦਿਸ ਵਾਜ਼ ਦ ਸਟੋਰੀ ਆਫ ਹਾਫ ਅ ਰੁਪੀ ਵਰਥ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।